बग्गा मिस्त्री जो दिन के टाइम गाड़ियों की मजदूरी करते हैं, गाड़ियों के मैकेनिक हैं। जैसे ही शाम का वक्त गुजरता है तो फिर ये स्टेज ड्रामों में जाके एज अ प्रोड्यूसर राशिद जट बन के लोगों से काम लेते हैं। मैं फखर ना दसना यार मैं एक मकैनिक हाँ। फनकारां ਨੂੰ ਵੇਖ ਵੇਖ ਕੇ ਸਾਨੂੰ ਵੀ ਸ਼ੌਕ ਆ ਗਿਆ ਕਿ ਬਿਜ਼ਨਸ ਦਾ ਅਸੀਂ ਵੀ ਮਜ਼ਾ ਲੈ ਕੇ ਦੇਖੀਏ। वहाँ से क्या कमाया और यहाँ से क्या गवाया? ਉਥੋਂ ਸਿਰਫ ਨਾ ਕਮਾਇਆ ਪੈਸੇ ਤੋਂ कमाए। उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियोस से बाखबर रह सकें। अस्सलाम वालेकुम नाजरीन, आपका मेज़बान जैन बाबू आपकी खिदमत में हाजिर है और आप देख रहे हैं उर्दू पॉइंट। नाजरीन, आज आपकी एक ऐसी शख्सियत के साथ मुलाकात करवाने आया हूं जो फिल्म टीवी स्टेज के अदाकार और प्रोड्यूसर रह चुके हैं। अचानक उनकी जिंदगी में ऐसा कौन सा मोड़ आया कि उनको वर्कशॉपों पे काम करना पड़ गया। राशिद जट से बग्गा मिस्त्री कैसे बन गए? ਜੀ ਜ਼ੈਨ ਬਾਬੂ ਪਹਿਲਾਂ ਤੇ ਬੱਗਾ ਮਿਸਤਰੀ ਸੀ, ਰਾਸ਼ਾ ਜੱਟ ਬਾਅਦ ਚੋਂ ਬਣਿਆ। ਮੇਰੀ ਤੇ ਖੈਰ ਸ਼ੁਰੂ ਤੋਂ ਮੇਰਾ ਕੰਮ ਸੀ ਵਰਕਸ਼ਾਪ ਦਾ ਹੀ ਤੇ ਬਚਪਨ ਦਾ ਸ਼ੌਕ ਸੀ ਮੈਨੂੰ। ਜਿਸ ਇਲਾਕੇ 'ਚ ਅਸੀਂ ਰਹਿੰਦੇ ਨਾ ਗਾਲਪੁਰ ਦੇ ਸਾਰੇ ਫਨਕਾਰ ਨੇ। कौन से इलाके में रहते हैं? ਗਾਜ਼ੀਆਬਾਦ। गाजियाबाद। ਜਿੱਥੇ ਮਾਸ਼ਾਅੱਲਾ ਬੜੇ ਬੜੇ ਮੋਹਤਬਰ ਨਾਂ ਨੇ ਸਾਡੇ ਸਟੇਜ ਦੇ, ਟੀਵੀ ਦੇ, ਫਿਲਮ ਦੇ। ਤੋਂ ਉੱਥੋਂ ਜ਼ਾਹਰ ਉਸ ਧਰਤੀ 'ਚ ਅਸੀਂ ਵੀ ਪੈਦਾ ਹੋਏ, ਸਾਨੂੰ ਵੀ ਸ਼ੌਰ ਪੈਦਾ ਹੋ ਗਿਆ, ਜਿਵੇਂ ਜਿਵੇਂ ਹੋਸ਼ ਸੰਭਾਲੀ ਕਰਦੇ ਰਹੇ ਆ। ਤੇ ਬਸ ਇਸੇ ਤਰ੍ਹਾਂ ਸਾਨੂੰ ਵੀ ਫਨਕਾਰਾਂ ਨੂੰ ਵੇਖ ਵੇਖ ਕੇ ਸਾਨੂੰ ਵੀ ਸ਼ੌਕ ਆ ਗਿਆ ਕਿ ਯਾਰ ਅਸੀਂ ਵੀ ਇਸ ਥੋੜ੍ਹਾ ਜਿਹਾ ਤਰ੍ਹਾਂ ਟੱਚ ਕਰੀਏ, ਅਸੀਂ ਵੀ ਇਸ ਫੀਲਡ ਨੂੰ ਸ਼ੋਬੀਜ਼ ਦਾ ਅਸੀਂ ਵੀ ਮਜ਼ਾ ਲੈ ਕੇ ਦੇਖੀਏ। ਤੇ ਬਸ ਇਹਨਾਂ 6-7 ਸਾਲ ਤੋਂ ਇਹਦੇ ਵਿੱਚ ਹੈਗੇ ਆ ਪ੍ਰੋਪਰਲੀ। ਸਹੀ ਹੈ ਤਾਂ ਕਾਫੀ ਦੇਰ ਤੋਂ ਹੈ, ਬਹਰਹਾਲ ਪ੍ਰੋਪਰ ਜਿਹਨੂੰ ਤੁਸੀਂ ਕਹਿ ਸਕਦੇ ਹੋ ਹੈ। ਫਿਰ ਇੱਕ ਛੋਟਾ ਜਿਹਾ ਅਦਾਰਾ ਬਣਾਇਆ ਆਰਜੇ ਪ੍ਰੋਡਕਸ਼ਨ ਦੇ ਨਾਮ ਤੋਂ, ਰਾਸ਼ਦ ਜੱਟ। ਤੇ ਫਿਲਮ ਬਣਾਈ ਜ਼ਖਮ ਉਰਦੂ ਮੂਵੀ ਜਿਹੜੀ ਬੰਗਾਲੀ ਸਟਾਈਲ ਦੇ ਵਿੱਚ, ਜਿਹੜਾ ਉਹਦੇ 'ਚ ਟ੍ਰੈਂਡ ਵੀ ਅਸੀਂ ਕਾਫੀ ਜ਼ਿਆਦਾ ਚੇਂਜ ਕੀਤਾ ਹੈ। ਉਹ ਡਾਂਗਾ ਡੂੰਗਾ ਵਾਲਾ ਖ਼ਤਮ ਕਰਕੇ ਅਸੀਂ ਥੋੜ੍ਹਾ ਜਿਹਾ ਨਾ ਅੱਜ ਕੱਲ੍ਹ ਦੇ ਲੋਕਾਂ ਦੇ ਹਿਸਾਬ ਨਾਲ, ਜਿਵੇਂ ਐਂਡਰੋਇਡ ਦੌਰ ਹੈ ਤੁਹਾਨੂੰ ਪਤਾ ਹੈ, ਉਹਦੇ ਹਿਸਾਬ ਨਾਲ ਲੋਕਾਂ ਨੂੰ ਕਾਫੀ ਅਵੇਅਰਨੈਸ ਦਿੱਤੀ ਹੈ ਕੰਮ ਦੀ। ਤੁਹਾਨੂੰ ਪਤਾ ਜਿਸ ਬੰਦੇ ਕੋਲ ਅੱਜ ਕੱਲ੍ਹ ਮੋਬਾਈਲ ਹੈ ਉਹ ਆਪ ਐਡੀਟਿੰਗ ਤਸਵੀਰਾਂ ਵਗੈਰਾ ਕਰ ਲੈਂਦਾ। ਉਹ ਪੁਰਾਣੀਆਂ ਡਾਂਗਾਂ ਵਾਲੇ ਉਹ ਤੇਰੀ ਐਸੀ ਦੀ ਤੇ ਐਸੀ ਤੇ ਫਲਾਣੀ, ਉਹ ਲੋਕ ਨਹੀਂ ਦੇਖਦੇ ਸਾਡਾ ਟ੍ਰੈਂਡ। ਕਿਉਂਕਿ ਜਿਹੜੇ ਸਾਡੇ ਸੀਨੀਅਰ ਨੇ ਉਹ ਤੇ ਮਾਸ਼ਾਅੱਲਾ ਕਾਫੀ ਜ਼ਿਆਦਾ ਉਹਨਾਂ ਨੇ ਨਾਮ ਪੈਸਾ ਸਮਲੋਕ 'ਚ ਬਣਾਇਆ। ਉਹ ਤਾਂ ਹੁਣ ਇੰਡਸਟਰੀ ਤੁਹਾਨੂੰ ਪਤਾ ਹੀ ਸਾਡੀ ਥੀਏਟਰ ਦੀ ਵੀ ਕਾਫੀ ਜ਼ਿਆਦਾ ਥੱਲੇ ਚਲੇ ਗਈ ਹੈ ਤੇ ਫਿਲਮ ਦੀ ਤਾਂ ਖੈਰ ਕਾਫੀ ਦੇਰ ਤੋਂ ਹੀ ਥੱਲੇ ਚਲੇ ਗਏ। ਕੋਸ਼ਿਸ਼ ਕੀਤੀ ਕਿ ਚਲੋ ਅਸੀਂ ਨਿਊ ਟੈਲੈਂਟ ਹੈਗੇ ਆ ਕਿ ਇੰਡਸਟਰੀ ਨੂੰ ਥੋੜ੍ਹਾ ਜਿਹਾ ਨਾ ਚੇਂਜ ਕਰੀਏ, ਥੋੜ੍ਹੀ ਜਿਹੀ ਬਿਹਤਰੀ ਪੈਦਾ ਕਰੀਏ ਇਹਦੇ ਵਿੱਚ। तो इंशाल्लाह ਕੀਤੀ ਵੀ है तो ਹੁਣ इंशाल्लाह साल में खुलणगे, इंशाल्लाह फिल्म लावांगे। आपको फिर एज अ एक्टर कैसे शौक पैदा हुआ? ਉਹ ਜਿਹੜੇ ਮੇਰੀ ਫਿਲਮ ਦੇ ਡਾਇਰੈਕਟਰ ਸਨ ਸਿਕੰਦਰ ਸਾਹਿਬ, ਉਹਨਾਂ ਨੂੰ ਅੱਲਾ ਜਾਣੇ ਕੀ ਅੰਗ ਨਜ਼ਰ ਆਇਆ। ਉਹਨੇ ਕਿਹਾ ਜੱਟ ਸਾਹਿਬ ਤੁਹਾਨੂੰ ਨਾ ਅਸੀਂ ਜਿਹੜਾ ਨਾ ਵਿਲਨ ਦੇ ਕਿਰਦਾਰ 'ਚ ਲੈ ਕੇ ਆਉਣਾ। ਮੈਂ ਕਿਹਾ ਭੈਣ ਮੈਂ ਤੇ ਜ਼ਿੰਦਗੀ 'ਚ ਨਹੀਂ ਕਦੀ ਕੈਮਰੇ ਅੱਗੇ ਆਇਆ, ਮੈਂ ਤਾਂ ਇੰਟਰਵਿਊ ਨਹੀਂ ਦੇ ਸਕਦਾ ਤੇ ਮੈਂ ਨਹੀਂ ਕਰਾਂਗਾ। ਉਹਨਾਂ ਨੇ ਕਿਹਾ ਨਹੀਂ ਯਾਰ ਤੈਨੂੰ ਲੈ ਕੇ ਆਉਣਾ, ਪਾਲਿਸ਼ ਤੈਨੂੰ ਮੈਂ ਕਰਾਂਗਾ। ਮੈਨੂੰ ਉਹਨਾਂ ਨੇ ਮਿਹਨਤ ਕੀਤੀ। ਮੈਂ ਨਾ ਜਦੋਂ ਪਹਿਲਾ ਡਾਇਲੌਗ ਆਇਆ ਨਾ, ਜਦੋਂ ਮੇਰੀ ਆਵਾਜ਼ ਨਹੀਂ ਨਿਕਲੀ। ਅੱਛਾ ਮੈਨੂੰ ਜ਼ਿੰਦਗੀ ਦਾ ਪਹਿਲਾ ਜਾਂ ਤੁਹਾਨੂੰ ਡੱਕ कौन सा डायलॉग था, बोलिएगा जरा। ਉਹ ਹੈਗਾ ਸੀ ਇਹ ਗੁਲਾਬੋ ਔਰ ਰਾਣੀਆਂ ਚਿੜੀਆ ਕੋ ਅੰਦਰ ਲੈ ਜਾਓ, ਉੜਨੇ की कोशिश करी इसके पर कर दो, मेरी आवाज़ ही नहीं निकली। ਮੈਨੂੰ ਕਹਿੰਦਾ ਜੱਟ ਸਾਹਿਬ ਤੁਹਾਡਾ ਐਡਾ ਪਿੰਡਾ ਹੈ ਆਵਾਜ਼ ਤੇ ਕੱਢੋ। ਮੈਂ ਕਿਹਾ ਭੈਣ ਮੈਨੂੰ ਕੋ ਨਹੀਂ ਹੋ ਰਿਹਾ, ਬੜਾ ਔਖਾ ਕੰਮ ਹੈ। ਦੇਖੋ ਕੰਮ ਕੋਈ ਵੀ ਨਾ ਆਰਟ ਹੈ ਨਾ, ਸਿੱਖਣਾ ਪੈਂਦਾ ਹੈ। ਮੈਨੂੰ ਉਹਨਾਂ ਨੇ ਲਿਆ ਕੇ ਲਾਤਾ। ਹੁਣ ਮੈਨੂੰ ਸਮਝ ਹੀ ਨਾ ਆਵੇ ਮੈਂ ਬੋਲਣਾ ਕਿ ਮੇਰੇ 8-10 ਦਿਨ ਮੈਂ ਉਹਨਾਂ ਦੇ ਮੱਥੇ ਨਹੀਂ ਲੱਗਾ ਕਿ ਭੁੱਲ ਜਾਣ ਕੇ। ਉਹਨਾਂ ਨੇ ਕਿਹਾ ਨਹੀਂ ਕਾਕਾ ਤੈਨੂੰ ਕੁਰਬਾਨੀ ਕਰਨੀ ਪੈਣੀ ਹੈ। ਮੈਂ ਫਿਰ ਖੈਰ ਉਹਨਾਂ ਦੀ ਮੁਹੱਬਤ ਪਿਆਰ ਨੂੰ ਮੈਂ ਠਕਰਾਇਆ ਨਹੀਂ। ਫਿਰ ਮੈਂ ਕਿਹਾ ਇੱਕ ਬੰਦਾ ਧਰਤੇ ਨਾਲ ਟਰਸਟ ਕਰਦਾ ਇਸ ਫੀਲਡ 'ਚ ਤਾਂ ਹੈ ਹੀ ਅਸੀਂ। ਫਿਰ ਮੈਂ ਉਹਨਾਂ ਕੋਲ ਰਾਤ ਨੂੰ ਦਿਨੇ ਵਰਕਸ਼ਾਪ, ਰਾਤ ਨੂੰ ਆਪਣੇ ਦਫ਼ਤਰ ਤੋਂ ਫਿਰ ਮੈਂ ਬਾਰੀ ਸਟੂਡੀਓ ਜਾਇਆ ਕਿ ਉਹਨਾਂ ਕੋਲ ਜਾ ਕੇ ਰੈਸਲਾਂ ਲੈਣੀਆਂ। फिल्म वो कंप्लीट हो गई है? ਜੀ ਅਲਹਮਦੁਲਿਲਾ ਟੋਟਲ ਕੰਪਲੀਟ ਹੈ। ਹੁਣ ਥੋੜੇ ਹਾਲਾਤ ਬਿਹਤਰ ਹੁੰਦੇ ਨੇ ਤੇ ਇੰਸ਼ਾਅੱਲਾ ਨਵਾਂ ਸਾਲ ਚੜਿਆ ਹੈ, अल्लाह करे कि अच्छा होवे। अच्छा मुझे ये बताएं जट साहब, इसके अलावा आप बता रहे थे कि मैंने फैशन शोज़ भी करवाए हुए हैं, तो उनके ऊपर कितनी लागत आती है और क्या उनमें से प्रॉफिट होता है और कैसे वो करवाया जाता है? ਯਾਰ ਫੈਸ਼ਨ ਸ਼ੋਅ ਜ਼ਿਆਦਾਤਰ ਤੇ ਲੋਕ ਸਪਾਂਸਰ ਦੇ ਉੱਤੇ ਖੇਡਦੇ ਨੇ। ਮੈਨੂੰ ਕਿਉਂਕਿ ਮੈਂ ਆਪਣੀ ਕੰਪਨੀ ਬਣਾਈ ਸੀ, ਮੈਨੂੰ ਪਤਾ ਨਹੀਂ ਸੀ। ਫਿਰ ਮੈਂ ਨਾ ਆਪਣੇ ਦੋਸਤਾਂ ਨੇ ਮਿਲ ਕੇ ਅਸੀਂ ਕੀਤਾ। ਕੁਝ ਟੈਕਨੀਸ਼ੀਅਨ ਮੇਰੇ ਦੋਸਤ ਨੇ ਜਿਹੜੇ ਅਸੀਂ ਫੀਲਡ ਨੇ ਵਬਸਤਾ ਨੇ, ਪਰ ਅਸੀਂ ਮਿਲ ਕੇ ਕਰਾਇਆ ਦੋ। टेलीफोन टेक्नीशियन? ਉਹ ਯਾਰ ਨਹੀਂ ਯਾਰ ਆ ਜਿਹੜੇ ਲਾਟਾਂ ਲੂਟਾਂ ਨਹੀਂ ਲਾਉਂਦੇ, ਟਰਸਟ ਵਗੈਰਾ ਜੇ ਉਹ ਡੀਜੇ ਵਗਲੇ। ਤੇ ਉਹ ਫਿਰ ਅਸੀਂ ਇੰਸ਼ਾਅੱਲਾ ਬੜਾ ਅੱਛਾ ਰਿਹਾ, ਸਾਡਾ ਰਿਸਪੌਂਸ ਬੜਾ ਅੱਛਾ ਮਿਲਿਆ ਮੈਨੂੰ ਉਹਦਾ ਫੈਸ਼ਨ ਸ਼ੋਅ ਦਾ। ਫਿਰ ਅਸੀਂ ਇੱਕ ਹੋਰ ਕੀਤਾ, ਫਿਰ ਉਸ ਤੱਕ ਮੈਂ ਆਰਜੇ ਪ੍ਰੋਡਕਸ਼ਨ ਦੇ ਨਾਮ ਤੋਂ ਮਿਊਜ਼ੀਕਲ ਅਵਾਰਡ ਸ਼ੋਅ ਕੀਤਾ ਸੀ ਕਜ਼ਾਫੀ ਦੇ ਵਿੱਚ। ਮਾਸ਼ਾਅੱਲਾ ਅੱਲਾਹ ਤਾਲਾ ਨੇ ਉੱਥੋਂ ਵੀ ਬੜੀ ਇੱਜ਼ਤ ਦਿੱਤੀ, ਉਹ ਵੀ ਆਪਣੇ ਪੱਲੋਂ ਹੀ ਕੀਤਾ ਸੀ। ये तो सुना कि शोबिज़ के जो काम होते हैं बड़े महंगे महंगे होते हैं, ये जो प्रोग्राम्स वगैरह होते हैं, ये जो बड़े बड़े फैशन शोज़ वगैरह होते हैं, ये तो बड़े बड़े महंगे होते हैं। तो आप एक वर्कशॉप से मुझे नहीं समझ आ रही कि आप एज अ प्रोड्यूसर फ़िल्म भी करवा रहे हैं, एज अ प्रोड्यूसर शोज़
भी करवा रहे हैं, उसके अलावा ये बातें सच भी हैं कि नहीं? ਜੀ ਜੀ ਬਿਲਕੁਲ ਪੈਸਾ ਤੇ ਤੁਹਾਨੂੰ ਪਤਾ ਸ਼ੋਅ ਚ ਲੱਗਦਾ ਬਹੁਤ ਜ਼ਿਆਦਾ ਪੈਸਾ, ਪਰ ਲੱਗਦਾ ਉਹਦਾ ਜਿਹੜਾ ਨਵਾਂ ਬੰਦਾ ਵੈਸੇ ਇਹ ਸਿੱਖਿਆ ਪਹਿਲਾਂ, ਸਿੱਖ ਕੇ ਤੇ ਫਿਰ ਜਦੋਂ ਬੰਦਾ ਕੰਮ ਕਰਦਾ ਨਾ, ਦੇਖੋ ਇੱਕ ਚੀਜ਼ ਬਾਜ਼ਾਰੋਂ 10 ਰੁਪਏ ਦੀ ਮਿਲਦੀ, ਇੱਕ ਅਣਜਾਣ ਬੰਦਾ ਨੂੰ 1000 ਰੁਪਏ ਦੀ ਦੇ ਦਿਓ, ਉਹਨਾਂ ਨੇ 1000 ਰੁਪਏ ਦੀ ਲਈ ਹੈ ਨਾ। ਇਹ ਜੇਕਰ ਸ਼ੋਅ ਦਾ ਵੀ ਐਸੇ ਤਰ੍ਹਾਂ ਹੀ ਅਸੀਂ ਪ੍ਰੋਪਰ ਸਿੱਖਿਆ, ਉਸਤਾਦਾਂ ਕੋਲ ਮਿਹਨਤਾਂ ਕੀਤੀਆਂ, ਅਸੀਂ ਵੀ ਗਾਲਾਂ ਸੁਣੀਆਂ ਨੇ, ਕੈਮਰੇ ਚੁੱਕੇ ਨੇ, ਚੋਰੀ ਨਹੀਂ ਵੈਸੇ ਹੀ ਮਤਲਬ ਕਿ ਚੋਰੀ ਚੁੱਕੇ ਨੇ, ਅਸੀਂ ਵੀ ਯਾਨੀ ਕਿ ਉਸਤਾਦਾਂ ਦੀ ਖਿਦਮਤ ਕੀਤੀ ਹੈ। ਐਵੇਂ ਨਹੀਂ ਬੰਦਾ ਆਂਦਾ डायरेक्ट प्रोड्यूसर थोड़ी बन जाता। अच्छा जट साहब मुझे ये बताएं कितने ड्रामे अब तक लगवा चुके हैं, स्टेज ड्रामे कितने लगवा चुके हैं मैं ਹੁਣ एज अ प्रोड्यूसर? ਹਾਂ ਮੈਂ ਹੁਣ 1 ਮਹੀਨਾ ਪਹਿਲੇ ਖਾਨੇਵਾਲ ਤੋਂ ਆਇਆ, ਉੱਥੇ ਮੇਰਾ ਡਰਾਮਾ ਚੱਲ ਰਿਹਾ ਸੀ, ਫਿਰ ਮੇਰਾ ਦੋਸਤ ਪਾਰਟਨਰ ਉਹ ਠੀਕ ਨਹੀਂ ਸੀ ਹੈਗਾ, ਕੋਈ ਪ੍ਰੋਬਲਮ ਸੀ, ਮੈਨੂੰ ਅਰਜੈਂਟਲੀ ਵਾਪਸ ਆਉਣਾ ਖਾਨੇਵਾਲ। ਮੈਂ 6 ਮਹੀਨੇ ਪ੍ਰੋਪਰ ਮੈਲੋਡੀ ਥੀਏਟਰ ਲਾਹੌਰ ਮੋੜ ਤੇ ਚਲਾ ਕੇ ਆਇਆ ਵਾਂ। ਫਿਰ ਨਾਚ ਦੇ ਵਿੱਚ ਕੀਤੇ ਨੇ, ਮੇਰਾ ਕਜ਼ਨ ਹੈ ਸ਼ਾਹ ਜੱਟ, ਉਹਦੇ ਨਾਲ ਨਾਚ ਕੀਤੇ ਨੇ ਉੱਥੇ ਆਪਣਾ ਬਾਰੀ ਸਟੂਡੀਓ ਅਲਮਰਾ पंजाबी कंप्लेक्स ਦੇ ਵਿੱਚ, ਹੁਣ ਤਾਂ ਬੰਦ ਹੋ ਗਿਆ ਖੈਰ, ਕਾਫੀ ਦੇਰ ਹੋ ਗਈ। तो ऐसे तरह सिलसिला चल रहा है। इतनी शहाना जिंदगी वहाँ पर गुजारते गुजारते फिर आप वर्कशॉप में पहले थे या बाद में आए? नहीं वर्कशॉप मेरा पहला ही सी, मैं शुरू तो ही काम कर रहा वर्कशॉप ਦਾ ਹੀ, ਤੇ ਉਹ ਮੇਰਾ ਸ਼ੌਕ ਸੀ ਸ਼ੋਅਬਿਜ਼ ਦਾ ਵਿੱਚ, ਤੇ ਨਾਲ ਨਾਲ ਜਿਵੇਂ ਜਿਵੇਂ ਥੋੜੇ ਵੱਡੇ ਹੁੰਦੇ ਗਏ ਸ਼ੌਕ ਵੱਧਦਾ ਗਿਆ, ਤਲਕ ਵੱਧਦੇ ਗਏ। ਮੇਰਾ ਦੋਸਤ ਸੀ ਮਲਕ ਰਿਆਜ਼, ਉਹਦੇ ਨਾਲ ਮੈਂ ਵੈਸੇ ਐਜ਼ ਅ ਦੋਸਤ ਜਾਣਾ ਸਾਂ, ਉਹ ਜਾਂਦੇ ਜਾਂਦੇ ਉਹ ਨਾਲ ਮੈਂ ਵੀ ਸਿੱਖਦਾ ਗਿਆ, ਫਿਰ ਮੈਨੂੰ ਸ਼ੌਕ ਪੈਦਾ ਕौन। स्टेज ड्रामों में ना सुनने में आता है कि जो प्रोड्यूसर्स होते हैं ना वो लड़कियों को गलत डिमांड्स करते हैं, आपने भी आज तक की है वैसे? नहीं मैं तो अज तक नहीं किते, ਮੈਨੂੰ तो कुड़ी लभी कोई नहीं ਜਿਹੜੀ ਕਹੇ ਪ੍ਰੋਡਿਊਸਰ ਸਾਹਿਬ ਮੇਰੇ ਨਾਲ ਕੋਈ ਤਲਕ ਬਣਾਵੋ ਤੇ ਮੈਨੂੰ ਵੀ ਕੰਮ ਦਿਓ, ਮੈਨੂੰ ਅੱਜ ਤੱਕ ਨਹੀਂ ਲੱਭੀ। ਜੇ ਕਿਉਂਕਿ ਮੈਂ ਸੁਣਦਾ ਆ ਰਿਹਾ ਸੋਸ਼ਲ ਮੀਡੀਆ ਤੇ, ਮੈਂ ਦੇਖਦਾ ਹੀ ਹਾਂ ਕੋਈ ਕੁੜੀ ਕਹਿੰਦੀ ਪ੍ਰੋਡਿਊਸਰ ਨੇ ਮੈਨੂੰ ਤਾਂ ਕਿਹਾ ਜੀ ਮੇਰੇ ਨਾਲ ਇੰਜ ਕਰੋ ਤੇ ਇਹ ਕਰੋ ਤੇ ਮੈਂ ਤੈਨੂੰ ਫੇਰ ਅੱਗੇ ਲੈ ਕੇ ਜਾਊਂਗਾ। ਮੈਨੂੰ ਤਾਂ ਅੱਜ ਤੱਕ ਕੋਈ ਨਹੀਂ ਨਜ਼ਰ ਆਇਆ। ਮੈਂ ਖਾਨੇਵਾਲ 6 ਮਹੀਨੇ ਲਾ ਕੇ ਆਇਆ, ਮੈਨੂੰ ਤਾਂ ਨਹੀਂ ਕਿਸੇ ਨੇ ਵੀ ਕਿਹਾ, ਜਾਂ ਮੈਂ ਕਿਸੇ ਨੂੰ ਕਿਹਾ ਹੋਵੇ ਕਿ ਯਾਰ ਤੂੰ ਮੇਰੇ ਨਾਲ ਆਣ ਕੇ ਨਾਈਟ ਕਰ, ਜਾਂ ਮੈਂ ਮੇਰੀ ਇਹ ਡਿਮਾਂਡ ਕੋਈ ਪੂਰੀ ਕਰ ਦੇ, मैं तो नहीं किसी ने आज तक क्या है। अच्छा मुझे ये बताएं कि राशिद जट साहब कि आपने अपने इस ज़िंदगी के साथ साथ उस ज़िंदगी को भी जोड़ा होगा, वो एक अलग ज़िंदगी है, ये एक अलग ज़िंदगी है, तो सुकून किस ज़िंदगी में, इसमें या उसमें? देखो जी जिंदगी का सुकून तो जैन बाबू वो जाएगा तो अखलाक अच्छा है, पैसे ना सुकून थोड़ी आता है। और मैं ज़िंदगी च कभी झूठ नहीं बोलिया। मैं जेडे भी मेरे को मेल फीमेल मेरे को अलहमदुलिल्लाह मेरे प्लेटफार्म तो काफ़ी लड़कियां नामवर ने ਜਿਹੜੇ ਮੇਰੇ ਪਲੇਟਫਾਰਮ ਤੋਂ ਨਿਕਲ ਕੇ ਐਸਾ ਮਾਸ਼ਾਅੱਲਾ ਆਪਣੇ ਘਰ ਦੇ ਵਿੱਚ ਠੀਕ ਕਮਾ ਕਮੂ ਰਹੀਆਂ ਨੇ, ਖਾ ਪੀ ਰਹੀਆਂ, ਲੜਕੀਆਂ ਲੜਕੇ ਐਜ਼ ਏ ਮਾਡਲ ਐਕਟਰ ਕਾਫੀ ਜ਼ਿਆਦਾ ਨੇ। ਤੇ ਤੁਹਾਡਾ ਅਖਲਾਕ ਅੱਛਾ ਹੈ ਤੇ ਤੁਸੀਂ ਹਰ ਪਾਸੇ ਸਕੂਨ ਚੋ। ਔਰ ਮੈਂ ਜ਼ਿੰਦਗੀ 'ਚ ਕਦੀ ਝੂਠ ਬੋਲਿਆ, ਮੈਂ ਫਖਰ ਨਾਲ ਦੱਸਣਾ ਯਾਰ ਮੈਂ ਇੱਕ ਮਕੈਨਿਕ ਹਾਂ, ਮੈਨੂੰ ਨਹੀਂ ਕੋਈ ਸਾਡਾ ਫਲਾਣਾ ਰਿਸ਼ਤੇਦਾਰ ਕੈਨੇਡਾ ਹੈ, ਜਰਮਨੀ ਹੈ, ਫਲਾਣਾ, ਮੈਂ ਨਹੀਂ ਝੂਠ ਮਾਰਦਾ। ਝੂਠ ਮਾਰਨ ਦਾ ਫਾਇਦਾ ਕੋਈ, ਮੈਨੂੰ ਫਖਰ ਹੈ ਕਿ ਇੱਕ ਮਕੈਨਿਕ ਹੋ ਕੇ ਐਡੇ ਹਾਈ ਲੈਵਲ ਦੇ ਕੰਮ ਦੇ ਵਿੱਚ ਮੈਂ ਫਿੱਟ ਹੈਗਾ ਵਾਂ। अच्छा मुझे ये बताएं कि वहाँ से क्या कमाया और यहाँ से क्या गवाया? उतों सिर्फ ना कमाया, पैसे तो कमाए। पैसे तो कमाए ने, ना तो कमाया, ना तो कमाया। ਤੁਹਾਨੂੰ ਪਤਾ ਸ਼ੋਅਬਿਜ਼ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਪਤਾ ਹੀ ਹੈ, ਅਗਰ ਤੁਸੀਂ ਜਿੰਨੀ ਜਲਦੀ ਪੈਸਾ ਸੁੱਟੋ ਜਾਵੋਗੇ ਉਵੇਂ ਉੱਤੇ ਜਾਂਦੇ ਜਾਵੋਗੇ। ਅਸੀਂ ਆ ਰਹੇ ਮਿਹਨਤ ਨਾਲ, ਕਛੂਏ ਦੀ ਚਾਲ, ਕਿਉਂਕਿ ਸਾਡੇ ਕੋਲ ਬੈਂਕ ਬੈਲੈਂਸ ਹੈ ਕੋਈ ਨਹੀਂ ਹੈਗਾ ਕਿ ਅਸੀਂ ਫਟਾਫਟ 10-20 ਲੱਖ ਕਿਤੇ ਲਾ ਦਈਏ, 50 ਲੱਖ ਲਾ ਦਈਏ। ऐसे किसी लड़की के साथ मोहब्बत हुई है आपको वहाँ पे? ਨਹੀਂ ਮੁਹੱਬਤ ਤੇ ਨਹੀਂ ਯਾਰ, ਵੈਸੇ ਦੋਸਤੀ ਹੋ ਜਾਂਦੀ ਹੈ ਜਿਵੇਂ ਆਮ ਰੂਟੀਨਾਂ, ਕਿਉਂਕਿ ਸਾਡਾ ਹੁੰਦਾ ਫੈਮਿਲੀ ਮੈਂਬਰ, ਦੂਸਰੇ ਨੂੰ ਲੱਗਦਾ ਇੰਝ ਕਿ ਯਾਰ ਲੱਗਦਾ ਨਾ ਸੈੱਟ ਹੋ ਗਈ ਬਾਬਾ, ਇਕੱਠੇ ਚਾਹ ਪੀ ਰਹੇ, ਲੱਗਦਾ ਨਾ ਤਾਂ ਕੋਈ ਚੱਕਰ ਹੈਗਾ, ਐਸਾ ਕੋਈ ਹੁੰਦਾ ਨਹੀਂ। ਉਹ ਵੀ ਐਜ਼ ਏ ਫਰੈਂਡ ਕੁਲੀਗ ਕੰਮ ਕਰਦੇ, ਅਸੀਂ ਵੀ ਕੰਮ ਕਰਦੇ, ਉਹ ਕੰਮ ਕਰਕੇ ਆਪਣੇ ਘਰ, ਅਸੀਂ ਆਪਣੇ ਘਰ। बहुत शुक्रिया, थैंक यू सो मच। हमारे साथ मौजूद थे राशिद जट उर्फ बग्गा मिस्त्री, उर्फ बग्गा मिस्त्री। अपने मेज़बान जैन बाबू को दीजिए इजाज़त, देखते रहिए उर्दू पॉइंट। अल्लाह निगहबान।